ਬਲਵਿੰਦਰ ਲਾਡੀ ਆਪਣੇ ਕਾਂਗਰਸ ਛੱਡ ਕੇ ਗਏ, ਵਾਪਸ ਆ ਗਏ ਤੇ ਫਿਰ ਕੀ ਚੱਲ ਕੀ ਰਿਹਾ? ਲੀਡਰ ਜਾ ਵੀ ਰਿਹਾ, ਵਾਪਸ ਵੀ ਆ ਰਿਹਾ, ਕੀ ਕਸ਼ਮਕਸ਼ ਕੀ ਚੱਲ ਰਹੀ ਹੈ? ਮੈਨੂੰ ਲੱਗਦਾ ਬਲਵਿੰਦਰ ਲਾਡੀ ਨੂੰ ਉਕਸਾ ਕੇ ਲੈ ਗਏ ਸੀ, ਲੇਕਿਨ ਉਹਨਾਂ ਨੇ ਜਦੋਂ ਹਕੀਕਤ ਬੀਜੇਪੀ ਦੇ ਅੰਦਰ ਜਾ ਕੇ ਦੇਖੀ ਤੇ ਉਹ ਵਾਪਸ ਆ ਗਏ। ਹਰਜੀਤ ਗਰੇਵਾਲ ਕਹਿ ਰਿਹਾ ਵੀ ਇਹਨਾਂ ਦੀ ਫਾਈਲ ਹੈਗੀ ਹੈ ਪੰਜਾਬ ਸਰਕਾਰ ਕੋਲ, ਉਹਦੇ ਡਰਾਵੇ 'ਚ ਲੈ ਕੇ ਆਏ ਆ ਵਾਪਸ। ਤੁਸੀਂ ਕਿਹੜਾ ਡਰਾਵਾ ਦੇ ਕੇ ਲੈ ਗਏ ਸੀ? ਤੁਸੀਂ ਆਪਣਾ ਵੀ ਦੱਸ ਦਿਓ। ਪ੍ਰਧਾਨ ਆਪਣੇ ਲੈਵਲ ਤੇ ਅਨਾਉਂਸਮੈਂਟਾਂ ਕਰ ਰਿਹਾ, ਬਾਕੀ ਆਪਦੇ ਲੈਵਲ ਤੇ ਤੁਸੀਂ ਕਿਵੇਂ ਦੇਖਦੇ ਹੋ? ਹਾਲਾਂਕਿ ਕਮੇਟੀਆਂ ਬਣੀਆਂ ਹੋਈਆਂ, ਮੈਨੀਫੈਸਟੋ ਕਮੇਟੀ ਹੈ, ਪਰ ਕੱਲ ਪ੍ਰਧਾਨ ਨੇ ਨਵਜੋਤ ਸਿੰਘ ਸਿੱਧੂ ਨੇ ਆਪਦੇ ਲੈਵਲ ਤੇ ਚੀਜ਼ਾਂ ਅਨਾਉਂਸ ਕਰਤੀ। ਨਹੀਂ, ਕੋਈ ਦਿੱਕਤ ਨਹੀਂ, ਸਾਰੀਆਂ ਚੀਜ਼ਾਂ ਨੂੰ ਠੀਕ ਕਰਾਂਗੇ, ਫਿਕਰ ਦੀ ਲੋੜ ਕੋਈ ਨਹੀਂ ਹੈਗੀ। ਭਾਰਤ ਭੂਸ਼ਣ ਆਸ਼ੂ ਉਹਨਾਂ ਨੇ ਵਿਰੋਧ ਕੀਤਾ, ਸੁਖਜਿੰਦਰ ਰੰਧਾਵਾ, ਰਾਣਾ ਗੁਰਮੀਤ। ਕੋਈ ਫਰਕ ਨਹੀਂ ਪੈਂਦਾ, ਸਭ ਲੋਕ ਕਾਂਗਰਸ ਦੇ ਹੈ, ਕਾਂਗਰਸ 'ਚ ਹੀ ਰਹਿਣਾ ਇਹਨਾਂ ਨੇ। ਪਹਿਲਾਂ ਤਾਂ ਕੇਜਰੀਵਾਲ ਦੀ ਖਿੱਲੀ ਉਡਾਈ ਗਈ ਵੀ ਕਿਉਂ 1000 ਰੁਪਇਆ ਦੇ ਰਿਹਾ, ਜੋ ਵੀ ਉਹ ਗਰੰਟੀਆਂ ਦੇ ਰਿਹਾ, ਤੇ ਹੁਣ ਕਾਂਗਰਸ ਵੀ ਉਹੀ ਕਰ ਰਹੀ ਹੈ ਤੇ ਖਾਸ ਤੌਰ ਤੇ ਪ੍ਰਧਾਨ ਉਵੇਂ ਕਰ ਰਿਹਾ। ਕੈਬਨਿਟ ਮੰਤਰੀ ਡਾਕਟਰ ਰਾਜਕੁਮਾਰ ਵੇਰਕਾ ਸਾਡੇ ਨਾਲ ਨੇ, ਗੱਲਬਾਤ ਕਰਦੇ ਹਾਂ। ਸਰਕਾਰ ਨੇ ਸਖਤ ਹਦਾਇਤਾਂ ਦਿੱਤੀਆਂ ਕਰੋਨਾ ਨੂੰ ਲੈ ਕੇ, ਕਰੋਨਾ ਦਾ ਕਹਿਰ ਇੱਕ ਵਾਰ ਫਿਰ ਤੋਂ ਉੱਭਰਦਾ ਜਾਪਦਾ ਪੰਜਾਬ ਵਿੱਚ, ਦੇਸ਼ ਭਰ ਵਿੱਚ। ਗੱਲਬਾਤ ਕਰਦੇ ਹਾਂ। ਡਾਕਟਰ ਸਾਹਿਬ, ਅੱਜ ਐਮਰਜੈਂਸੀ ਮੀਟਿੰਗ ਬੁਲਾਈ ਗਈ, ਹਦਾਇਤਾਂ ਦਿੱਤੀਆਂ ਗਈਆਂ, ਕਰਫਿਊ ਲਾਇਆ ਗਿਆ ਹੈਗਾ, ਕੀ ਸਰਕਾਰ ਥੋੜੀ ਲੇਟ ਨਹੀਂ ਹੋਗੀ? ਨਹੀਂ, ਲੇਟ ਦੀ ਗੱਲ ਹੀ ਮਤਲਬ ਹੀ ਨਹੀਂ ਬਣਦਾ। ਅਸੀਂ ਪਹਿਲੇ ਤੋਂ ਹੀ ਅਲਰਟ ਤੇ ਹਾਂ। ਅਸੀਂ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਜਿਹੜੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ, ਔਰ ਅਸੀਂ ਅਲਰਟ ਸਾਰੇ ਸਿਸਟਮ ਨੂੰ ਪਹਿਲੇ ਤੋਂ ਹੀ ਰੱਖਿਆ ਹੋਇਆ। ਔਰ ਕਿਉਂਕਿ ਇਹ ਕਿਸੇ ਦੇ ਵੱਸ ਦਾ ਨਹੀਂ ਹੈ ਕਰੋਨਾ ਕਾਲ, ਔਰ ਇਹ ਕਿਉਂਕਿ ਜਦੋਂ ਸਾਡੇ ਸਾਹਮਣੇ ਚੈਲੰਜ ਪਰੇਸ਼ਾਨੀਆਂ ਆਉਂਦੀਆਂ ਤਾਂ ਅਸੀਂ ਹਮੇਸ਼ਾ ਹੀ ਉਹਨਾਂ ਦਾ ਮੁਕਾਬਲਾ ਕੀਤਾ ਹੈ। ਔਰ ਇਹਦੇ ਇhtiyat ਵਜੋਂ ਅੱਜ ਅਸੀਂ ਜਿਹੜਾ ਰਾਤ ਦਾ ਕਰਫਿਊ ਇੰਪੋਜ਼ ਕਰ ਦਿੱਤਾ, ਔਰ ਇਸ ਦੇ ਨਾਲ ਸਕੂਲ ਤੇ ਕਾਲਜ ਸਾਰੇ ਬੰਦ ਕਰ ਦਿੱਤੇ ਹੈ। ਸਿਨੇਮੇ ਹਾਲ, ਰੈਸਟੋਰੈਂਟ ਤੇ ਜਿਮ, ਇਹਨਾਂ ਸਾਰਿਆਂ ਨੂੰ ਅਸੀਂ 50% ਦੀ ਕੈਪੈਸਿਟੀ ਦੇ ਨਾਲ ਖੋਲ੍ਹਣ ਦੀ ਇਜਾਜ਼ਤ ਦਿੱਤੀ ਹੈ। ਔਰ तमाम ਸਿਆਸੀ ਪਾਰਟੀਆਂ ਨੂੰ ਅਸੀਂ ਇਹ ਗੱਲ ਕਹੀ ਹੈ ਕਿ 15 ਤਰੀਕ ਤੱਕ ਇਹ ਗਾਈਡਲਾਈਨ ਹੈ, ਔਰ ਉਹ ਸਾਰੀਆਂ ਸਿਆਸੀ ਪਾਰਟੀਆਂ ਨੂੰ ਆਪਣੀਆਂ ਰੈਲੀਆਂ ਵੀ ਜਿਹੜੀਆਂ ਉਹ ਬੰਦ ਕਰਨੀਆਂ ਚਾਹੀਦੀਆਂ, ਔਰ ਇਸ ਗਾਈਡਲਾਈਨ ਦਾ ਪਾਲਣਾ ਕਰਨੀ ਚਾਹੀਦੀ ਹੈ। ਔਰ ਜਿੱਥੇ ਕਿਤੇ ਬਹੁਤ ਜ਼ਰੂਰੀ ਅਗਰ ਹੈਗਾ ਤੇ ਕਰੋਨਾ ਗਾਈਡਲਾਈਨ ਦੇ ਤਹਿਤ ਹੀ ਇਹ ਸਾਰਾ ਕੁਝ ਕੀਤਾ ਜਾਣਾ ਚਾਹੀਦਾ। ਔਰ ਇਹਦੇ ਵਾਸਤੇ ਅੱਜ 6 ਵਜੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਧਿਕਸ਼ਤਾ ਦੇ ਅੰਦਰ ਇੱਕ ਹਾਈ ਪਾਵਰ ਕਮੇਟੀ ਦੀ ਮੀਟਿੰਗ ਹੋਣ ਜਾ ਰਹੀ ਹੈ। ਉਹਦੇ ਵਾਸਤੇ ਅਸੀਂ ਆਪਣੇ ਐਕਸਪਰਟ ਦੇ ਕੋਲੋਂ, ਆਪਣੇ ਡਾਕਟਰਾਂ ਦੇ ਕੋਲੋਂ ਅਸੀਂ ਸਾਰੀ ਰਿਪੋਰਟ ਲੈ ਰਹੇ ਹਾਂ। ਔਰ ਜਿੱਥੇ ਵੀ ਕਿਤੇ ਜ਼ਰੂਰਤ ਪਏਗੀ ਹੋਰ ਇhtiyat ਲੈਣ ਦੀ ਜਾਂ ਸਖਤੀ ਵਰਤਣ ਦੀ, ਸਰਕਾਰ ਇਸ ਨੂੰ ਢਿੱਲਾ ਨਹੀਂ ਛੱਡੇਗੀ। ਵੇਰਕਾ ਸਾਹਿਬ, ਕੱਲ ਤਾਂ ਸਭ ਤੋਂ ਵੱਡੀ ਰੈਲੀ ਪ੍ਰਧਾਨ ਮੰਤਰੀ ਦੀ ਵੀ ਹੋ ਰਹੀ ਹੈ ਫਿਰੋਜ਼ਪੁਰ ਵਾਲੇ ਪਾਸੇ, ਤਾਂ ਕਿ ਉਹਨਾਂ ਨੂੰ ਵੀ ਕਨਵੇ ਕੀਤਾ ਗਿਆ ਕੇਂਦਰ ਸਰਕਾਰ ਨੂੰ, ਭਾਜਪਾ ਨੂੰ ਵੀ, ਜੇ ਹੋ ਸਕਦਾ ਤਾਂ ਥੋੜੀ ਪੋਸਟਪੋਨ ਕਰ ਦਿਓ, ਬਾਅਦ ਚ ਕਰ ਦਿਓ ਇਹੋ ਜਿਹੀ ਗੱਲਾਂ। ਗੱਲ ਸਿਰਫ ਇਹ ਹੈ ਕਿ ਕਿਉਂਕਿ ਉਹ ਰੈਲੀ ਬਹੁਤ ਪਹਿਲੇ ਤੋਂ ਉਹਨਾਂ ਨੇ ਰੱਖੀ ਹੋਈ ਹੈ, ਔਰ ਪ੍ਰਧਾਨ ਮੰਤਰੀ ਜੀ ਦੇਸ਼ ਦੇ ਹਾਲਾਤ ਤੋਂ, ਕਰੋਨਾ ਦੇ ਹਾਲਾਤ ਤੋਂ ਬੜੀ ਚੰਗੀ ਤਰ੍ਹਾਂ ਨਾਲ ਵਾਕਫ ਹੈ। ਔਰ ਕਿਉਂਕਿ ਇਹ ਫੈਸਲਾ ਉਹਨਾਂ ਦਾ ਹੈ, ਉਹਨਾਂ ਨੂੰ ਇਸ ਚੀਜ਼ 'ਤੇ ਸੋਚਣਾ ਚਾਹੀਦਾ। ਇਹ ਵੇਰਕਾ ਸਾਹਿਬ, ਲੀਡਰ ਬਲਵਿੰਦਰ ਲਾਡੀ ਆਪਣੇ ਕਾਂਗਰਸ ਛੱਡ ਕੇ ਗਏ, ਵਾਪਸ ਆ ਗਏ ਤੇ ਫਿਰ ਕੀ ਚੱਲ ਕੀ ਰਿਹਾ? ਲੀਡਰ ਜਾ ਵੀ ਰਿਹਾ, ਵਾਪਸ ਵੀ ਆ ਰਿਹਾ, ਕੀ ਕਸ਼ਮਕਸ਼ ਕੀ ਚੱਲ ਰਹੀ ਹੈ? ਕੋਈ ਫਰਕ ਨਹੀਂ ਪੈਂਦਾ। ਕੋਈ ਵਾਰੀ ਗਲਤਫਹਿਮੀਆਂ ਵੀ ਹੋ ਜਾਂਦੀਆਂ, ਔਰ ਕਈ ਵਾਰੀ ਬੰਦਾ ਉਕਸਾਇਆ ਵੀ ਜਾਂਦਾ, ਔਰ ਕੁਝ ਲੋਕ ਜਿਹੜੇ ਆ ਉਕਸਾਏ ਜਾਂਦੇ ਆ। ਮੈਨੂੰ ਲੱਗਦਾ ਬਲਵਿੰਦਰ ਲਾਡੀ ਨੂੰ ਉਕਸਾ ਕੇ ਲੈ ਗਏ ਸੀ, ਲੇਕਿਨ ਉਹਨਾਂ ਨੇ ਜਦੋਂ ਹਕੀਕਤ ਬੀਜੇਪੀ ਦੇ ਅੰਦਰ ਜਾ ਕੇ ਦੇਖੀ ਤੇ ਉਹ ਵਾਪਸ ਆ ਗਏ। ਉਹ ਚਲੋ ਕੋਈ ਨਾ। ਹਰਜੀਤ ਗਰੇਵਾਲ ਕਹਿ ਰਿਹਾ ਵੀ ਇਹਨਾਂ ਦੀ ਫਾਈਲ ਹੈਗੀ ਹੈ ਪੰਜਾਬ ਸਰਕਾਰ ਕੋਲ, ਉਹਦੇ ਡਰਾਵੇ 'ਚ ਲੈ ਕੇ ਆਏ ਆ ਵਾਪਸ। ਤੁਸੀਂ ਕਿਹੜਾ ਡਰਾਵਾ ਦੇ ਕੇ ਲੈ ਗਏ ਸੀ? ਤੁਸੀਂ ਆਪਣਾ ਵੀ ਦੱਸ ਦਿਓ। ਕਿਹੜੇ ਡਰਾਈਵਰਾਂ ਨਾਲ ਤੁਸੀਂ ਲੈ ਗਏ? ਅਸੀਂ ਕੋਈ ਡਰਾਵਾ ਨਹੀਂ ਪਾਉਂਦੇ ਕਿਸੇ ਦੇ ਉੱਪਰ, ਨਾ ਸਾਡਾ ਕੰਮ ਹੈ। ਅਸੀਂ ਇਹ ਗੱਲ ਕਹਿੰਦੇ ਹਾਂ ਕਿ ਭਾਈ ਜਿੱਥੇ ਚੰਗਾ ਹੈ ਉੱਥੇ ਰਹੋ। ਜਿਹੜਾ ਪੰਜਾਬ ਦਾ ਭਲਾ ਲੋਕ ਕਰ ਸਕਦੇ ਆ, ਪੰਜਾਬ ਦੀ ਗੱਲ ਕਰ ਸਕਦੇ ਆ, ਲੋਕ ਹਿੱਤ ਦੇ ਵਿੱਚ ਕੰਮ ਕਰ ਸਕਦੇ ਆ, ਉਹ ਇਕੱਠੇ ਰਹਿਣੇ ਚਾਹੀਦੇ ਆ। ਵੇਰਕਾ ਸਾਹਿਬ, ਕਾਂਗਰਸ ਨੂੰ ਲੈ ਕੇ ਲੋਕਾਂ ਦੇ ਮਨਾਂ 'ਚ ਬੜਾ ਸਵਾਲ ਉੱਠ ਰਹੇ ਨੇ, ਜੋ ਕਿ ਆਮ ਤੌਰ 'ਤੇ ਜੋ ਗੱਲਾਂ ਬਾਤਾਂ ਹੁੰਦੀਆਂ ਲੋਕਾਂ 'ਚ, ਇੱਕ ਗੱਲਬਾਤ ਹੁੰਦੀ ਹੈ ਵੀ ਯੂਨਾਈਟਿਡ ਨਹੀਂ ਹੋ ਪਾ ਰਹੇ, ਏਕਾ ਨਹੀਂ ਹੋ ਪਾ ਰਿਹਾ। ਪ੍ਰਧਾਨ ਆਪਣੇ ਲੈਵਲ ਤੇ ਅਨਾਉਂਸਮੈਂਟਾਂ ਕਰ ਰਿਹਾ, ਬਾਕੀ ਆਪਦੇ ਲੈਵਲ ਤੇ ਤੁਸੀਂ ਕਿਵੇਂ ਦੇਖਦੇ ਹੋ? ਹਾਲਾਂਕਿ ਕਮੇਟੀਆਂ ਬਣੀਆਂ ਹੋਈਆਂ, ਮੈਨੀਫੈਸਟੋ ਕਮੇਟੀ ਹੈ, ਪਰ ਕੱਲ ਪ੍ਰਧਾਨ ਨੇ ਨਵਜੋਤ ਸਿੰਘ ਸਿੱਧੂ ਨੇ ਆਪਦੇ ਲੈਵਲ ਤੇ ਚੀਜ਼ਾਂ ਅਨਾਉਂਸ ਕਰਤੀਆਂ। ਨਹੀਂ, ਕੋਈ ਦਿੱਕਤ ਨਹੀਂ, ਸਾਰੀਆਂ ਚੀਜ਼ਾਂ ਨੂੰ ਠੀਕ ਕਰਾਂਗੇ, ਫਿਕਰ ਦੀ ਲੋੜ ਕੋਈ ਨਹੀਂ ਹੈਗੀ। ਲੇਕਿਨ ਇਹ ਕਾਂਗਰਸ ਪਾਰਟੀ ਦੇ ਅੰਦਰ ਡੈਮੋਕ੍ਰੇਸੀ ਆਪਣੀ ਗੱਲ ਕਹਿੰਦੇ ਆ, ਲੇਕਿਨ ਹਰ ਇੱਕ ਦਾ ਆਪਣੀ ਗੱਲ ਕਹਿਣ ਦਾ ਸਟਾਈਲ ਅਲੱਗ-ਅਲੱਗ ਹੈਗਾ। ਉਹ ਕਈਆਂ ਲੋਕਾਂ ਨੂੰ ਚੰਗਾ ਲੱਗਦਾ, ਕਈਆਂ ਨੂੰ ਨਹੀਂ ਵੀ ਚੰਗਾ ਲੱਗਦਾ, ਲੇਕਿਨ ਸਭ ਲੋਕ ਕਾਂਗਰਸ 'ਚ ਹੈ, ਕਾਂਗਰਸ 'ਚ ਰਹਿਣਗੇ। ਤੁਹਾਨੂੰ ਕਿਵੇਂ ਲੱਗਦਾ? ਤੁਸੀਂ ਦੇਖੋ, ਕਿਉਂਕਿ ਭਾਰਤ ਭੂਸ਼ਣ ਆਸ਼ੂ ਉਹਨਾਂ ਨੇ ਵਿਰੋਧ ਕੀਤਾ, ਸੁਖਜਿੰਦਰ ਰੰਧਾਵਾ, ਰਾਣਾ ਗੁਰਮੀਤ।
ਕੋਈ ਫਰਕ ਨਹੀਂ ਪੈਂਦਾ, ਸਭ ਲੋਕ ਕਾਂਗਰਸ ਦੇ ਹੈ, ਕਾਂਗਰਸ 'ਚ ਹੀ ਰਹਿਣਾ ਇਹਨਾਂ ਨੇ। ਆਪੋ 'ਚ ਸਿੱਠਣੀਆਂ ਹੁੰਦੀਆਂ, ਇੱਕ ਦੂਸਰੇ ਨੂੰ ਦਿੰਦੇ ਰਹਿੰਦੇ, ਇਹਦੇ ਨਾਲ ਕੋਈ ਫਰਕ ਨਹੀਂ ਪੈਣ ਲੱਗਾ। ਜਿਹੜੇ ਇਹ ਐਲਾਨ ਕਰੀ ਜਾ ਰਹੇ ਆ ਹੁਣ, ਪਹਿਲਾਂ ਤਾਂ ਕੇਜਰੀਵਾਲ ਦੀ ਖਿੱਲੀ ਉਡਾਈ ਗਈ ਵੀ ਕਿਉਂ 1000 ਰੁਪਇਆ ਦੇ ਰਿਹਾ, ਜੋ ਵੀ ਉਹ ਗਰੰਟੀਆਂ ਦੇ ਰਿਹਾ, ਤੇ ਹੁਣ ਕਾਂਗਰਸ ਵੀ ਉਹੀ ਕਰ ਰਹੀ ਹੈ ਤੇ ਖਾਸ ਤੌਰ ਤੇ ਪ੍ਰਧਾਨ ਉਵੇਂ ਕਰ ਰਿਹਾ। ਨਹੀਂ ਕਾਂਗਰਸ ਤੇ ਲਾਗੂ ਕਰ ਰਹੀ ਹੈ ਨਾ, ਕਾਂਗਰਸ ਕੋਈ ਵਾਅਦਾ ਥੋੜੀ ਕਰ ਰਹੀ ਹੈ। ਕਾਂਗਰਸ ਐਲਾਨ ਜਿਹੜੇ ਮਹਿਲਾਵਾਂ ਨੂੰ, ਔਰਤਾਂ ਨੂੰ ਦੇ ਕੇ ਕੀਤੇ, ਬੜੀ ਜਲਦੀ ਲਾਗੂ ਵੀ ਕਰ ਰਹੇ ਹੈ। ਤੇ ਹੋਰ ਕਿਵੇਂ ਦੇਖਦੇ ਹੋ ਜਿਹੜਾ ਸਿਆਸੀ ਮਾਹੌਲ ਚੱਲ ਰਿਹਾ ਹੈਗਾ, ਮਜੀਠੇ ਦੇ ਅਰੈਸਟ ਉੱਤੇ ਵੀ ਕਾਫੀ ਸਵਾਲ ਪ੍ਰਧਾਨ ਹੀ ਚੱਕ ਰਿਹਾ, ਪਾਰਟੀ ਵੀ ਚੱਕ ਰਹੀ ਹੈ, ਸਪਸ਼ਟੀਕਰਨ ਵੀ ਵਾਰੀ-ਵਾਰੀ ਆ ਰਿਹਾ, ਪਰ ਕਿਵੇਂ ਦੇਖਦੇ ਹੋ ਮਜੀਠੇ ਵਾਲੇ ਕੇਸ ਨੂੰ? ਮੈਂ ਸਮਝਦਾ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ ਔਰ ਕਾਨੂੰਨ ਆਪਣਾ ਕੰਮ ਕਰੇਗਾ ਔਰ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਏਗਾ ਤੇ ਕਿਸੇ ਵੀ ਬੇਕਸੂਰ ਨੂੰ ਫਸਾਇਆ ਨਹੀਂ ਜਾਏਗਾ। ਇਹ ਸਰਕਾਰ ਦੀ ਨੀਤੀ ਹੈ, ਸਰਕਾਰ ਆਪਣੀ ਨੀਤੀ ਦੇ ਸਟੈਂਡ ਕਰਦੀ ਹੈ। ਇੱਕ ਆਖਰੀ ਸਵਾਲ, ਕਿਸਾਨ ਕਿਉਂ ਨਹੀਂ ਤੁਹਾਡੇ ਨਾਲ ਗੱਲਬਾਤ ਕਰ ਰਹੇ, ਕਿਉਂ ਨਹੀਂ ਤੁਹਾਡੇ ਨਾਲ ਗੱਠਜੋੜ ਬਾਰੇ ਗੱਲਬਾਤ ਹੋ ਰਹੀ? ਆਮ ਆਦਮੀ ਪਾਰਟੀ ਨਾਲ ਉਹਨੇ ਗੱਠਜੋੜ ਦੀ ਗੱਲਬਾਤ ਹੋ ਰਹੀ ਹੈ। ਉਹ ਨਹੀਂ ਯਾਰ, ਗੱਲ ਸੁਣ ਲਾ, ਆ ਜਿੰਨੇ ਇਲੈਕਸ਼ਨ ਲੜਦੇ ਉਹ ਕਿਸਾਨ ਨਹੀਂ ਹੈਗੇ? ਇਹ ਕਿਸਾਨਾਂ ਦੇ ਧੀ ਪੁੱਤਰ ਨਹੀਂ ਜਿਹੜਾ ਕਾਂਗਰਸ 'ਚ ਇਲੈਕਸ਼ਨ ਲੜਦੇ ਹੋ? ਕਾਂਗਰਸ ਦੇ ਉਹ ਸਾਰੇ ਕਿਸਾਨਾਂ ਦੇ ਧੀ ਪੁੱਤਰ ਹੀ ਹੈ। ਤੇ ਕਿਸਾਨ ਜਥੇਬੰਦੀਆਂ ਨੂੰ ਵੀ ਮੈਂ ਕਹਾਂਗਾ ਵੀ ਚਾਹੇ ਦੂਸਰੀ ਪਾਰਟੀਆਂ 'ਚ ਵੀ ਕੋਈ ਚੰਗਾ ਬੰਦਾ ਹੈ ਤਾਂ ਉਹਦੇ ਪਿੱਛੇ ਖਲੋਣਾ ਚਾਹੀਦਾ ਹੈ ਔਰ ਚੰਗੇ ਬੰਦਿਆਂ ਦੇ ਪਿੱਛੇ ਖਲੋਣ। ਔਰ ਮੈਂ ਸਮਝਦਾ ਕਿ ਇਹ ਵੋਟਾਂ ਵੰਡ ਕੇ ਤੁਸੀਂ ਕਿਤੇ ਨਾ ਕਿਤੇ ਬੀਜੇਪੀ ਦਾ ਫਾਇਦਾ ਕਰ ਰਹੇ ਹੋ। ਬਹੁਤ ਬਹੁਤ ਧੰਨਵਾਦ। ਤਾਂ ਇਹ ਸੀਗੇ ਡਾਕਟਰ ਰਾਜਕੁਮਾਰ ਵੇਰਕਾ, ਜਿਨ੍ਹਾਂ ਨੇ ਕਿਸਾਨਾਂ ਨੂੰ ਕਿਹਾ ਵੀ ਜੇ ਉਹ ਕਿਸੇ ਹੋਰ ਪਾਰਟੀ ਨਾਲ ਅਲਾਈਅੰਸ ਕਰਦੇ ਆ ਜਾਂ ਕਰਦੇ ਉਹਦੇ ਨਾਲ ਭਾਜਪਾ ਨੂੰ ਫਾਇਦਾ ਹੋਣਾ, ਜੇ ਇਕੱਲੇ ਚੱਲਦੇ ਆ ਤਾਂ ਫਿਰ ਉਹਨਾਂ ਵਾਸਤੇ ਇਹ ਗੱਲ ਜ਼ਿਆਦਾ ਵਧੀਆ ਰਹੂਗੀ। ਚੰਡੀਗੜ੍ਹ ਤੋਂ ਕੈਮਰਾਮੈਨ ਸ਼ਮਸ਼ੇਰ ਸਿੰਘ ਨਾਲ ਮੈਂ ਸ਼ੁਭਕਰਮਨ ਧਾਲੀਵਾਲ, ਪ੍ਰੋ ਪੰਜਾਬ ਟੀਵੀ।